ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਿਊਜ਼ 18 ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਆਖਿਰਕਾਰ ਲੋਕ ਮੌਜੂਦਾ ਸਰਕਾਰ ਤੋਂ ਕੀ ਉਮੀਦਾਂ ਰੱਖ ਕੇ ਬੈਠੇ ਸਨ, ਕੀ ਉਹ ਉਮੀਦਾਂ ਪੂਰੀਆਂ ਹੋਈਆਂ ਅਤੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਕਿਸ ਤਰੀਕੇ ਦੀ ਹੋਏਗੀ। ਤਾਂ ਚੁਣਾਵੀ ਸਵਾਦ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਵੇਲੇ ਲਾਰੈਂਸ ਰੋਡ ਦੇ ਇਸ ਥਾਂ ਤੇ ਜਿੱਥੇ ਹਰ ਰੋਜ਼ ਲੋਕ ਵੱਖ-ਵੱਖ ਥਾਵਾਂ ਦੇ ਨਾਲ ਜਿਹੜੇ ਸੰਬੰਧਿਤ ਨੇ ਉਹ ਸੈਰ ਕਰਨ ਦੇ ਲਈ ਆਉਂਦੇ ਨੇ ਔਰ ਇੱਥੇ ਇੱਕ ਥਾਂ ਤੇ ਬੈਠ ਕੇ ਚੁਣਾਵੀ ਚਰਚਾ ਵੀ ਕੀਤੀ ਜਾਂਦੀ ਹੈ। ਤਾਂ ਸ਼ਹਿਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਤੁਸੀਂ ਜਿਹੜੀ ਮੌਜੂਦਾ ਸਰਕਾਰ ਹੈ ਉਸ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਹੋ ਔਰ 2022 ਦੀਆਂ ਚੋਣਾਂ ਆ ਰਹੀਆਂ ਨੇ ਉਹਨੂੰ ਲੈ ਕੇ ਕਿੱਦਾਂ ਦੇ ਤੁਹਾਡੇ ਮਨ ਦੇ ਵਿੱਚ ਵਿਚਾਰ ਹੈ, ਕਿਸ ਤਰੀਕੇ ਦੀ ਸਰਕਾਰ ਹੋਣੀ ਚਾਹੀਦੀ ਹੈ। ਦੇਖੋ ਜੀ, ਪਹਿਲੇ ਤਾਂ 4 ਸਾਲ ਜਿਹੜੇ ਕੈਪਟਨ ਸਾਹਿਬ ਦੇ ਆਏ ਨੇ ਉਹਨਾਂ ਵਿੱਚ ਤੇ ਕੈਪਟਨ ਸਾਹਿਬ ਨੇ ਰੈਸਟ ਹੀ ਕੀਤੀ ਆ, ਕੋਈ ਕੰਮ ਨਹੀਂ ਕੀਤਾ, ਆਪਣੇ ਘਰ ਦੇ ਅੰਦਰ ਬਹਿ ਕੇ ਰੈਸਟ ਹੀ ਕੀਤੀ ਹੈ। ਹੁਣ ਮੌਜੂਦਾ ਸਰਕਾਰ ਜਿਹੜੀ ਚੰਨੀ ਸਾਹਿਬ ਚਲਾ ਰਹੇ ਨੇ, ਸਾਨੂੰ ਉਹਦੇ ਤੋਂ ਆਸ ਆ ਵੀ ਉਹਦੇ ਵਿੱਚ ਕੁਛ ਨਾ ਕੁਛ ਬਦਲਾਅ ਜ਼ਰੂਰ ਆਏਗਾ। ਪਰ ਤੁਸੀਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਚੰਨੀ ਦੀ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਦੀ, ਪਰ ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਜਿਹੜਾ ਆਪਸੀ ਕਾਂਟੋ ਕਲੇਸ਼ ਹੈ ਉਹ ਖਤਮ ਨਹੀਂ ਹੋ ਰਿਹਾ ਔਰ ਪੰਜਾਬ ਦੇ ਮੁੱਦੇ ਕਿਤੇ ਨਾ ਕਿਤੇ ਪਿੱਛੇ ਰੱਖੇ ਜਾ ਰਹੇ ਨੇ? ਇਹੀ ਗੱਲ ਹੈਗੀ ਹੈ ਕਿ ਆਪਸ 'ਚ ਜਿਹੜਾ ਦਾ ਇਫੈਕਟ ਪਈ ਹੈ ਉਹਦੇ ਨਾਲ ਬੜਾ ਅਸਰ ਪੈਂਦਾ ਹੈ। ਕੋਈ ਸਰਕਾਰ ਆਉਂਦੀ ਹੈ ਕੰਮ ਕਰਦੀ ਹੈ, ਕੋਈ ਸਰਕਾਰ ਆਉਂਦੀ ਕੰਮ ਨਹੀਂ ਕਰਦੀ। ਇਹ ਚਾਹੀਦਾ ਕਿ ਚੰਨੀ ਸਰਕਾਰ ਜਿਹੜੀ ਹੈ ਇਹ ਗੁੱਡ ਸਰਕਾਰ ਹੈ, ਇਹ ਸ਼ਾਇਦ ਕੰਮ ਕਰੇ। ਸਾਨੂੰ ਇਹਨੂੰ ਉਮੀਦ ਹੈਗੀ ਹੈ ਕਿ ਇਹ ਕੰਮ ਚਲਾ ਸਕਦੀ ਹੈ। ਇਹ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਇਹਨਾਂ ਤੋਂ ਅਸੀਂ ਜਾਣਦੇ ਹਾਂ। ਜੇਕਰ ਅਸੀਂ ਅੰਮ੍ਰਿਤਸਰ ਦੇ ਜਿਸ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ, ਤੁਹਾਨੂੰ ਲੱਗਦਾ ਕਿ 4.5 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਸਰਕਾਰ ਆ ਉਹਦੇ ਵਿੱਚ ਕੋਈ ਡਿਵੈਲਪਮੈਂਟ ਜਾਂ ਕੋਈ ਵੱਡਾ ਕੰਮ ਹੋਇਆ? ਦੇਖੋ, ਇਹ ਡਿਵੈਲਪਮੈਂਟ ਤਾਂ ਜਿਹੜੀ ਹੋਣੀ ਸੀ ਉਹ ਤੋਂ ਬਾਅਦ ਦੀ ਗੱਲ ਹੈਗੀ ਹੈ। ਜਿਹੜੀਆਂ ਡਿਵੈਲਪਮੈਂਟ ਐਕਚੁਅਲੀ ਕੁਛ ਹੈਗੀਆਂ ਵੀ ਸੀ ਉਹ ਵੀ ਐਕਚੁਅਲੀ 'ਚ ਖਤਮ ਹੋ ਚੁੱਕੀਆਂ। ਦੇਖੋ, ਇਹ ਚੰਨੀ ਸਾਹਿਬ ਹੁਣ ਆਏ ਆ, ਇਹ ਤੋਂ ਪਹਿਲਾਂ ਕੈਪਟਨ ਸਾਹਿਬ ਵੀ ਹੈਗੇ ਸੀ। ਹੁਣ ਚੰਨੀ ਸਾਹਿਬ ਨੇ ਬੜੇ ਚੰਗੇ ਪੱਧਰ ਦੇ ਉੱਤੇ ਆਪਣੇ ਬਿਜਲੀ ਦੇ ਬਿੱਲ ਮਾਫ ਕੀਤੇ ਆ ਤੇ ਮੈਨੂੰ ਲੱਗਦਾ ਪਿਆ ਕਿ ਆਪਣੇ ਇੰਡੀਵਿਜੂਅਲ ਮੇਰੀ ਸੋਚ ਹੈਗੀ ਆ ਕਿ 75% ਬਿਜਲੀ ਦੇ ਬਿੱਲ ਉਹਨਾਂ ਦੇ ਮਾਫ ਹੋ ਗਿਆ ਜਿਹੜੇ ਕਿ ਐਕਚੁਅਲੀ ਆਪਣੇ ਘਰ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਸਟੈਬਲਿਸ਼ ਹੈਗੇ ਸੀ। ਮਾੜੇ ਬੰਦੇ ਦਾ ਕਿਸੇ ਦਾ ਹੋਇਆ ਨਹੀਂ। ਸੜਕਾਂ ਜਿੱਥੇ ਕਿਤੇ ਵੀ ਇਹਨਾਂ ਨੇ ਸਮਾਰਟ ਸਿਟੀ ਦੇ ਵਿੱਚ ਸੜਕਾਂ ਬਣਾਈਆਂ, ਉਹ ਸੜਕਾਂ ਜਿੱਥੇ ਜਿੱਥੇ ਬਣੀਆਂ ਹੋਈਆਂ, ਜਿੰਨਾ ਧੂਲ ਘੱਟਾ ਮਿੱਟੀ ਜੇ ਵੇਖਿਆ ਜਾਵੇ ਤੇ ਗੱਡੀ ਸਮੂਥ ਜਾਂਦੀ ਥਾਂ ਤੇ ਹੋਰ ਟੋਆਂ 'ਚ ਵੱਜ ਕੇ ਕਈ ਤਾਂ ਹੁੰਦੀ ਆ, ਕਈ ਥਾਂ ਤੇ ਮਤਲਬ ਇਹਨਾਂ ਨੇ ਇੱਕ ਓਵਰਆਲ, ਚਲੋ ਅਸੀਂ ਅੰਮ੍ਰਿਤਸਰ ਦੇ ਵਾਸਤੇ ਹੈਗੇ, ਐਕਚੁਅਲੀ ਓਵਰਆਲ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਡਿਸਟਰਬੈਂਸ ਕਰਨ ਵਾਸਤੇ ਸਭ ਜਗ੍ਹਾ ਤੇ ਪੁੱਟਾ ਪਟਾਈ ਕਰ ਦਿੱਤੀ ਆ ਔਰ ਕੰਮ ਕਿਤੇ ਵੀ ਅੱਜ ਤੱਕ ਕੰਪਲੀਟ ਨਹੀਂ ਹੋਇਆ। ਕਹਿ ਸਕਦੇ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਬਹੁਤ ਵਿਕਾਸ ਕੀਤਾ। ਹਾਂ, ਬਸ ਇਹ ਸਭ ਜਿਹੜੇ 2022 ਦੇ ਚੋਣਾਂ ਆ ਰਹੀਆਂ ਉਹਨੂੰ ਦਿਖਾਉਣ ਵਾਸਤੇ ਸਭ ਪ੍ਰੋਪਗੈਂਡਾ ਕੀਤਾ ਜਾ ਰਿਹਾ ਕਿ ਭਾਈ ਅਸੀਂ ਤੇ ਬੜਾ ਵਿਕਾਸ ਕਰਨ ਰਹੇ ਆ, ਬੜਾ ਕੰਮ ਕਰਨ ਰਹੇ ਆ, ਬੜਾ ਕੁਝ ਕਰਨ ਰਹੇ ਆ, ਪਰ ਅਦਰਵਾਈਜ਼ ਇਸ ਤਰ੍ਹਾਂ ਕੰਮ ਕੋਈ ਨਹੀਂ ਹੈਗਾ। ਜੋ ਸਾਡੇ ਇੰਡੀਵਿਜੂਅਲ ਸੋਚ ਹੈਗੀ ਆ ਕਿ ਇਹ ਕੰਮ ਸਿਰਫ ਉੱਥੇ ਕੱਢਦੇ ਆ ਜਿੱਥੇ ਉਹਨੂੰ ਲੱਗਦਾ ਹੈ ਕਿ ਯਾਰ ਇਹ ਬੰਦਾ ਸਾਡਾ ਆਪਣਾ ਹੈਗਾ ਤੇ ਇੱਥੇ ਕੰਮ ਦੇ ਦਿਓ। ਮੈਂ ਕਹਿੰਦਾ ਬਿਲਕੁਲ, ਤਾਂ ਸਿਆਸੀ ਪੱਖਪਾਤ ਇਹਨਾਂ ਦਾ ਕਹਿਣਾ ਕਿ ਜਿਹੜਾ ਉਹ ਕੀਤਾ ਜਾਂਦਾ। ਹੋਰ ਵੀ ਲੋਕ ਨੇ, ਉਹਨਾਂ ਤੋਂ ਅਸੀਂ ਜਾਣਦੇ ਹਾਂ। ਤੁਸੀਂ ਇੱਕ ਨੌਜਵਾਨ ਹੋ, ਤੁਸੀਂ ਨੌਜਵਾਨ ਤੁਸੀਂ ਵੋਟ ਦਾ ਵੀ ਇਸਤੇਮਾਲ ਕਰਦੇ ਹੋ, ਪਰ ਤੁਹਾਨੂੰ ਲੱਗਦਾ ਕਿ ਜਦੋਂ ਅਸੀਂ ਵੋਟ ਪਾ ਕੇ ਆਉਂਦੇ ਹਾਂ ਜੋ ਉਮੀਦਾਂ ਅਸੀਂ ਰੱਖਦੇ ਲੀਡਰਾਂ ਤੋਂ ਉਹ ਪੂਰੀਆਂ ਹੁੰਦੀਆਂ? ਬਿਲਕੁਲ ਵੀ ਨਹੀਂ। ਇਸ ਟਾਈਮ ਤੇ ਕਿਸੇ ਤੇ ਵੀ ਆਪਾਂ ਮਤਲਬ ਯਕੀਨ ਕਰਨ ਵਾਸਤੇ ਨਹੀਂ ਹੈਗੇ ਹੁਣ ਇਸ ਟਾਈਮ, ਬਿਲਕੁਲ ਵੀ। ਹੁਣ ਜਿਹੜੀ ਕਾਰਗੁਜ਼ਾਰੀ ਸਰਕਾਰ ਦੀ, ਤੁਹਾਨੂੰ ਲੱਗਦਾ ਕੋਈ ਕੰਮ ਤੁਹਾਡੇ ਸ਼ਹਿਰ 'ਚ ਐਸਾ ਹੋਇਆ ਹੋਵੇ ਜਿਹੜਾ ਅਸੀਂ ਕਹਿ ਸਕਦੇ ਕਿ ਆਹ ਸਰਕਾਰ ਨੇ ਕੀਤਾ? ਕੰਮ ਤੇ ਕੋਈ ਵੀ ਨਹੀਂ ਹੋਇਆ। ਬਿਜ਼ਨਸ ਵੀ ਬਿਲਕੁਲ ਹੀ ਇਹਨਾਂ ਨੇ ਖਤਮ ਹੀ ਕਰ ਦਿੱਤਾ ਦੇਖਿਆ ਜਾਵੇ ਤੇ। ਪਾਰ ਦੇ ਨਾਲ ਹਾਂਜੀ। ਤਾਂ ਜਿਸ ਤਰ੍ਹਾਂ ਹਰ ਇੱਕ ਵਰਗ ਦੇ ਨਾਲ ਸੰਬੰਧਿਤ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਦੁਕਾਨ ਤੇ ਹਰ ਰੋਜ਼ ਲੋਕ ਜੋ ਨੇ ਉਹ ਚਾਹ ਪੀਣ ਦੇ ਲਈ ਆਉਂਦੇ ਨੇ। ਤਾਂ ਇੱਥੇ ਇਹ ਜਿਹੜੇ ਸਰਦਾਰ ਜੀ ਤੋਂ ਵੀ ਅਸੀਂ ਪੁੱਛਦੇ ਹਾਂ। ਜੀ ਇੱਧਰ ਆਓ ਭਾਜੀ। ਸਵੇਰੇ ਸਵੇਰੇ ਚਾਹ ਪੀਣ ਦੇ ਲਈ ਬਹੁਤ ਸਾਰੇ ਟਿਕਾਣਿਆਂ ਤੋਂ ਲੋਕ ਤੁਹਾਡੇ ਕੋਲ ਆਉਂਦੇ ਆ, ਪਰ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਹੈ ਮੌਜੂਦਾ ਉਹਦੇ ਵਿੱਚ ਕੋਈ ਬਹੁਤ ਵੱਡਾ ਕੰਮ ਅਸੀਂ ਕਹੀਏ ਕਿ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ? ਹਾਲੇ ਤੱਕ ਅੰਮ੍ਰਿਤਸਰ 'ਚ ਕੋਈ ਕੀਤਾ ਨਹੀਂ ਇਹਨੇ ਕੰਮ। ਹਲੇ ਕਹਿ ਰਹੇ ਨੇ, ਚੰਨੀ ਸਾਹਿਬ ਕਿਹੜੇ ਮੁੱਖ ਮੰਤਰੀ ਮੈਨੂੰ ਕਹਿ ਰਹੇ ਨੇ ਅਸੀਂ ਕੰਮ ਕਰ ਰਹੇ ਹਾਂ, ਪੰਜਾਬ 'ਚ ਸੁਧਾਰ ਕਰਾਂਗੇ। ਕਈ ਉਹਨਾਂ ਨੇ ਕੀਤੇ ਕਿ 2 ਕਿਲੋ ਲੋੜ ਆ ਤਾਂ ਬਿੱਲ ਮਾਫ ਕੀਤੇ ਨੇ, ਪਤਾ ਨਹੀਂ ਹਲੇ ਹੋਣਗੇ ਲੋਕਾਂ ਨੂੰ ਫਿਰ ਪਤਾ ਲੱਗਾ ਕਿ ਹੋਏ ਨੇ। ਹਾਲੇ ਤੱਕ ਨਹੀਂ ਤੁਹਾਨੂੰ? ਹਾਲੇ ਤੱਕ ਸਾਨੂੰ ਪਤਾ ਨਹੀਂ। ਬਿਲਕੁਲ, ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਹਾਲੇ ਤੱਕ ਐਸਾ ਕੋਈ ਕੰਮ ਨਜ਼ਰ ਨਹੀਂ ਆਇਆ ਜਿਸ ਬਾਰੇ ਅਸੀਂ ਇਹ ਕਹਿ ਸਕੀਏ ਕਿ ਸਰਕਾਰ ਨੇ ਕੋਈ ਬਹੁਤ ਵਧੀਆ ਕਾਰਗੁਜ਼ਾਰੀ ਜਿਹੜੀ ਹੈ ਉਹ ਕੀਤੀ ਹੈ। ਤਾਂ ਹੋਰ ਵੀ ਲੋਕ ਨੇ, ਉਹਨਾਂ ਤੋਂ ਜਾਣਦੇ ਆ। ਸਰ, ਤੁਸੀਂ ਜਿਹੜੀ ਮੌਜੂਦਾ ਸਰਕਾਰ ਹੈ ਇਹਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ? ਨਾ ਇਹਨਾਂ ਨੇ 4.5 ਸਾਲ 'ਚ ਕੋਈ ਕੰਮ ਕੀਤਾ ਤੇ ਨਾ ਹੀ ਅੱਗੋਂ ਕੋਈ ਉਮੀਦ ਹੈਗੀ ਆ। ਸੋਨੀ ਸਾਹਿਬ ਹੁਣ ਡਿਪਟੀ ਸੀਐਮ ਬਣੇ ਹੋਏ, ਸੈਂਟਰ ਤੋਂ ਹੋ ਗਏ ਆ। ਸਾਡਾ ਸ਼ਹਿਰ ਦੇ ਵਿੱਚ ਜਾ ਕੇ ਹਾਲ ਦੇਖੋ ਕੀ ਹਾਲ ਕੀਤਾ ਹੋਇਆ ਉਹਨਾਂ ਨੇ, ਤੇ ਕੋਈ ਉਮੀਦ ਤੇ ਹੈ ਨਹੀਂ ਆ ਸਰਕਾਰ ਕੋਲ। ਜਿਹੜਾ ਸੀਐਮ ਤੇ ਡਿਪਟੀ ਸੀਐਮ ਬਦਲਣ ਦੇ ਨਾਲ ਲੱਗਦਾ ਤੁਹਾਨੂੰ ਕਿ ਸਾਰੇ ਜਿਹੜੇ 4.5 ਸਾਲ ਤੋਂ ਵੱਧ ਦਾ ਸਮਾਂ ਕੰਮ ਨਹੀਂ ਹੋਏ ਉਹ 3 ਮਹੀਨਿਆਂ 'ਚ ਜਾਂ 2 ਮਹੀਨੇ? ਸਰ 4.5 ਸਾਲ ਵੀ ਸੋਨੀ ਸਾਹਿਬ ਮਿਨਿਸਟਰੀ ਤੇ ਰਹੇ ਨੇ
ਤੇ ਉਦੋਂ ਤੱਕ ਨਹੀਂ ਕੁਝ ਕੀਤਾ ਤੇ ਹੁਣ 6 ਮਹੀਨਿਆਂ 4 ਮਹੀਨਿਆਂ 'ਚ ਕੀ ਹੋ ਜਾਏਗਾ। ਸਰ ਤੁਸੀਂ ਕਿੱਦਾਂ ਦੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ? ਨੋ ਕਮੈਂਟ ਸਰ। ਤਾਂ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੁਝ ਲੋਕ ਐਸੇ ਨੇ ਜਿਹੜੇ ਕਿਸੇ ਬਾਰੇ ਵੀ ਕੁਝ ਕਹਿਣ ਤੋਂ ਜੋ ਗੁਰੇਜ਼ ਕਰਦੇ ਨੇ, ਪਰ ਕਿਉਂਕਿ ਅਸੀਂ ਇੱਕ ਵੋਟਰ ਵੀ ਹਾਂ ਔਰ ਸਾਡਾ ਹੱਕ ਬਣਦਾ ਕਿ ਸਵਾਲ ਕੀਤਾ ਜਾਵੇ। ਤਾਂ ਤੁਹਾਡਾ ਕੀ ਨਜ਼ਰੀਆ ਵਾ, ਤੁਸੀਂ ਜਿਹੜਾ ਸਰਕਾਰ ਬਾਰੇ ਕੀ ਸੋਚਦੇ? ਸਰ ਸਰਕਾਰ ਬਾਰੇ ਕੀ ਸੋਚਣਾ, ਪਹਿਲਾਂ ਤੇ ਸਾਨੂੰ ਇਹ ਕਾਂਗਰਸ ਸਰਕਾਰ ਦੀ ਸਮਝ ਹੀ ਨਹੀਂ ਆ ਰਹੀ ਕਿ ਸਰਕਾਰ 'ਚ ਸਾਡਾ ਸੀਐਮ ਕੌਣ ਹੈ, ਪ੍ਰਧਾਨ ਕੌਣ ਹੈ। ਇਹ ਤੇ ਇਹਨਾਂ ਨੇ ਇੱਕ ਲਿੱਡੋ ਬਣਾਈ ਹੋਈ ਆ। ਜਿਹੜਾ ਅੰਦਰੂਨੀ ਉਹਨਾਂ ਦਾ ਕਲੇਸ਼ ਹੈ ਉਹ ਕਿਤੇ ਨਾ ਕਿਤੇ ਇਸ ਵੇਲੇ ਹੈਵੀ ਆ, ਵਿਕਾਸ ਉਹ ਪਿੱਛੇ ਹੈ। ਹਾਂ ਵਿਕਾਸ ਪਿੱਛੇ ਹੈ ਜੀ, ਆਪਣਾ ਇਹਨਾਂ ਦੀ ਸਮਝ ਨਹੀਂ ਆਉਂਦੀ। ਕਦੀ ਸਿੱਧੂ ਸਾਹਿਬ ਸਾਡੇ ਈਸਟ ਹਲਕੇ ਦੇ ਐਮਐਲਏ ਨੇ, ਹੁਣ ਮੌਜੂਦਾ ਪ੍ਰਧਾਨ ਨੇ, ਲੇਕਿਨ ਇਹਨਾਂ ਦੀ ਸਮਝ ਨਹੀਂ ਆ ਰਹੀ। ਕਦੀ ਪਾਰਟੀ ਛੱਡ ਦਿੰਦੇ ਆ, ਕਦੀ ਫੜ ਲੈਂਦੇ ਆ। ਜਦੋਂ ਇਹਨਾਂ ਦੇ ਪਾਰਟੀ ਦਾ ਕਲੇਸ਼ ਨਹੀਂ ਹੈ, ਤੁਸੀਂ ਸੋਚ ਸਕਦੇ ਹੋ ਕਿ ਇਹਨਾਂ ਨੇ 4.5 ਸਾਲ 'ਚ ਕੀ ਕੀਤਾ ਹੈਗਾ। ਔਰ ਉੱਤੋਂ ਜਿਹੜੇ ਹੁਣ ਸਾਡੇ ਆ ਸੀਐਮ ਬਣੇ ਆ, ਕੀ ਨਾਮ ਹੈ ਇਹਨਾਂ ਦਾ, ਚੰਨੀ ਸਾਹਿਬ ਨੇ 2 ਕਿਲੋ ਵਾਟ ਦੇ ਜਿਹੜੇ ਕਹਿ ਲਓ ਕਿ ਬੱਤੀ ਦੇ ਬਿੱਲ ਫ੍ਰੀ ਕਰ ਦਿੱਤੇ ਆ। ਇਹ ਜਿਹੜਾ ਸਾਰਾ ਬੋਝ ਕਿਹਦੇ ਤੇ ਪੈਣਾ ਕੱਲ ਨੂੰ? ਆਮ ਵਰਗ ਤੇ। ਬੱਤੀ ਸਸਤੀ ਕਰੋ, ਫ੍ਰੀ ਕਿਉਂ ਕਰਨੀ? ਕਹਿ ਸਕਦੇ ਕਿ ਜਿਹੜਾ ਟੈਕਸ ਪੇਅਰ ਹੈ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੋਏਗਾ ਜੀ। ਜਿੰਨੇ ਟੈਕਸ ਦੇਣਾ, ਦੇਖੋ ਨਾ ਮੌਜੂਦਾ ਜਿਹੜਾ ਟੈਕਸ ਦਿੰਦਾ ਉਹ ਵਿਚਾਰਾ ਦੱਬੀ ਜਾਂਦਾ, ਤੇ ਜਿਹੜਾ ਆਮ ਵਰਗ ਨੂੰ ਤੁਸੀਂ ਇੰਨੀ ਸਹੂਲਤ ਦੇ ਰਹੇ ਹੋ, ਕੱਲ ਨੂੰ ਉਹਦਾ ਬੋਝ ਕਿਹਦੇ ਤੇ ਪਏਗਾ? ਸਾਡੇ ਵਰਗੇ ਇਨਸਾਨ ਤੇ। ਬੱਤੀ ਸਸਤੀ ਕਰੋ, 10 ਰੁਪਏ ਯੂਨਿਟ ਆ, ਉਹਨੂੰ 5 ਰੁਪਏ 'ਚ ਲਿਆਓ। ਜਿਹੜੇ ਦਾਇਰੇ ਨੇ, ਜਿਹੜੀਆਂ ਚੀਜ਼ਾਂ, ਹਸਪੀਟਲ ਦੇਖੋ, ਇਹ ਗੁਰੂ ਨਾਨਕ ਹਸਪੀਟਲ ਅੱਜ ਇੰਨਾ ਡੇਂਗੂ ਫੈਲ ਚੁੱਕਾ ਹੋਇਆ ਸ਼ਹਿਰ 'ਚ, ਗੁਰੂ ਨਾਨਕ ਹਸਪੀਟਲ ਜਾ ਕੇ ਕੋਈ ਰਾਜੀ ਨਹੀਂ ਹੈ। ਪ੍ਰਾਈਵੇਟ ਹਸਪੀਟਲ 'ਚ ਇਹ ਲੁੱਟਮਾਰ ਕਰ ਰਹੇ ਨੇ। ਇੱਕ ਮਰੀਜ਼ ਕੋਈ ਐਡਮਿਟ ਹੋ ਜੇ 50,000 70,000 ਬਿੱਲ ਬਣਾਉਂਦੇ। ਸਰਕਾਰ ਕਿੱਥੇ ਸੁੱਤੀ ਹੈ ਜੀ? ਇਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਰਨਾ ਸੀ। ਸਾਫ਼ ਤੌਰ ਤੇ ਹਰ ਕਿਸੇ ਦੀ ਨਾਰਾਜ਼ਗੀ ਜਿਹੜੀ ਉਹ ਸਰਕਾਰ ਤੋਂ ਨਜ਼ਰ ਆ ਰਹੀ ਹੈ ਔਰ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲ ਦਿੱਤੇ ਗਏ, ਡਿਪਟੀ ਸੀਐਮ ਬਦਲ ਦਿੱਤੇ ਗਏ, ਪਰ ਲੋਕਾਂ ਦਾ ਕਹਿਣਾ ਹੈ ਕਿ ਜੋ ਵਾਅਦੇ ਚੋਣਾਂ ਦੇ ਵਿੱਚ ਲੋਕਾਂ ਦੇ ਨਾਲ ਕੀਤੇ ਸੀ ਉਹ ਕਿਤੇ ਨਾ ਕਿਤੇ ਪੂਰੇ ਕਰਨ ਦੇ ਵਿੱਚ ਸਰਕਾਰ ਨਾਕਾਮ ਸਾਬਿਤ ਹੋਈ ਹੈ। ਅੰਮ੍ਰਿਤਸਰ ਤੋਂ ਬਾਅਦ ਹੁਣ ਰੁਕ ਕਰਦੇ ਹਾਂ ਜਲੰਧਰ ਦੇ ਵੱਲ। ਦੋ 2022 ਦੀਆਂ ਚੋਣਾਂ ਜਿਹੜੀਆਂ ਹੈਗੀਆਂ ਆਉਣ ਵਾਲੀਆਂ ਹੈਗੀਆਂ ਨੇ ਔਰ ਸਿਆਸੀ ਸਵਾਦ ਦੇਖਣ ਵਾਸਤੇ ਅਸੀਂ ਪਹੁੰਚੇ ਅੱਜ ਜਲੰਧਰ ਦੇ ਸੈਂਟਰ ਹਲਕੇ ਦੇ ਵਿੱਚ। ਔਰ ਰਾਜੂ ਨਾਨ ਵਾਲਾ ਮਸ਼ਹੂਰ ਹੈਗਾ ਜਲੰਧਰ ਦੇ ਵਿੱਚ, ਉਹਦੇ ਕੋਲ ਜਾਂਦੇ ਆ, ਅੰਦਰ ਦੇਖਦੇ ਆ ਕੁਝ ਬੈਠੇ ਹੋਣਗੇ ਗ੍ਰਾਹਕ, ਖਾਣ ਪੀਣ ਰਹੇ ਹੋਣਗੇ ਨਾਨ, ਉਹਨਾਂ ਨਾਲ ਵੀ ਗੱਲ ਕਰਾਂਗੇ। ਕੁਝ ਨੌਜਵਾਨ ਬੈਠੇ ਨੇ, ਕਿਉਂਕਿ ਨੌਜਵਾਨ ਇੱਕ ਖਾਸ ਹਿੱਸਾ ਹੈਗੇ ਨੇ ਸਿਆਸਤ ਦਾ, ਉਹਨਾਂ ਨਾਲ ਵੀ ਗੱਲ ਕਰਦੇ ਆ। ਭਾਜੀ ਕਿਵੇਂ ਜਿਹਾ ਲੱਗਾ ਰਾਜੂ ਨਾਨ ਵਾਲੇ ਦਾ ਨਾਨ ਫਿਲਹਾਲ ਤੇ ਇਹਦੀ ਗੱਲ ਕਰਦੇ ਆ ਵੀ ਸਵਾਦ ਕਰੀ? ਬਹੁਤ ਬੜੀਆ ਭਾਜੀ, ਕਾਫੀ ਚਿਰ ਤੋਂ ਇੱਥੇ ਆਉਂਦੇ, ਟੇਸਟ ਸੇਮ ਹੈ ਬੰਦੇ ਦਾ, ਕੁਆਲਿਟੀ ਵੀ ਹੈਗੀ ਹੈ, ਠੀਕ ਆ, ਆਲ ਇਨ ਆਲ ਗੁੱਡ ਹੈ ਜੀ। ਸਰ ਇਹਦੇ ਨਾਲ ਦੇ ਨਾਲ ਰਾਜੂ ਨਾਨ ਵਾਲੇ ਦੇ ਨਾਨ ਦੇ ਸਵਾਦ ਦੇ ਨਾਲ ਜਿਹੜਾ ਸਿਆਸੀ ਸਵਾਦ ਹੈਗਾ ਉਹ ਕਿਵੇਂ ਜਿਹਾ ਹੈਗਾ, ਉਹ ਕਿੱਦਾਂ ਲੱਗ ਰਿਹਾ? ਜਿਹੜੇ ਪਿਛਲੇ 4.5 ਸਾਲ ਕਾਂਗਰਸ ਦੀ ਸਰਕਾਰ ਰਹੀ ਆ ਪੰਜਾਬ ਦੇ ਵਿੱਚ, ਉਹਨੂੰ ਲੈ ਕੇ ਤੁਸੀਂ ਕਿੱਦਾਂ ਦੇਖਦੇ ਹੋ? ਭਾਜੀ ਦੇਖੋ ਜੀ, ਕਾਂਗਰਸ ਸਰਕਾਰ ਨੇ ਦੇਖੋ ਆਲਮੋਸਟ 4.5 ਸਾਲ ਹੋ ਹੀ ਗਏ, ਕੁਝ ਨਹੀਂ ਕੀਤਾ ਜੀ ਫਿਲਹਾਲ, ਠੀਕ ਆ। ਹੁਣ ਐਂਡਲੇ 6 ਮਹੀਨੇ ਰਹਿ ਗਏ ਆ, ਚੰਨੀ ਸਾਹਿਬ ਭੱਜ ਦੌੜ ਕਰ ਰਹੇ ਆ। ਇਹ ਵੀ ਦੇਖੋ ਹੁਣ ਇੱਕ ਪਬਲਿਕਲੀ ਸਟੰਟ ਹੀ ਹੈ ਜੀ, ਦੇਖੋ ਕੀ ਬਣਦਾ ਕੀ ਨਹੀਂ। ਤੇ ਬਾਕੀ ਭਾਜੀ ਬੇਰੁਜ਼ਗਾਰ ਤੇ ਪਹਿਲੇ ਵੀ ਸੀ ਤੇ ਅੱਜ ਵੀ ਆ, ਤੇ ਆਪਣਾ ਨਾ ਤਾਂ ਕੋਈ ਵੈਕੈਂਸੀਆਂ ਨਾ ਕੁਛ। ਜੇ ਆਪਣੇ ਸਬ ਇੰਸਪੈਕਟਰ ਦੀ ਕੱਢੀ ਆ ਪੋਸਟ, ਉਹ ਵੀ ਕੈਂਸਲ ਹੋ ਗਈ ਆ ਭਾਜੀ। ਕਹਿ ਰਹੇ ਕਿ ਕਨਸਟੇਬਲ ਵਾਲੀ ਵੀ ਕੈਂਸਲ ਹੋ ਜਾਣੀ ਆ। ਕਹਿਣ ਦਾ ਭਾਵ ਭਾਜੀ ਕੱਲ ਵੀ ਬੇਰੁਜ਼ਗਾਰ ਸੀ, ਅੱਜ ਵੀ ਅਸੀਂ ਤਿਆਰੀ ਕਰਦੇ ਰਹਿ ਗਏ। ਸਾਹਿਬ ਤਾਂ ਕਹਿ ਰਹੇ 1 ਲੱਖ ਜਿਹੜੀ ਨੌਕਰੀ ਦੇਵਾਂਗੇ, ਉਹਨਾਂ ਨੇ ਐਲਾਨ ਵੀ ਕਰ ਦਿੱਤਾ ਹੈਗਾ ਪਿਛਲੇ ਦਿਨੀ। ਭਾਜੀ ਉਹ ਕਹਿ ਰਹੇ ਆ ਨਾ, ਅਜੇ ਹੋਇਆ ਤੇ ਨਹੀਂ, ਜਦੋਂ ਹੋਏਗਾ ਉਦੋਂ ਦੇਖਾਂਗੇ। ਲੋਕਾਂ ਦਾ ਕਹਿਣਾ ਹੈ ਹੁਣ ਤੱਕ ਸਰਕਾਰ ਨੇ ਬੇਰੁਜ਼ਗਾਰੀ ਦਾ ਵੱਡਾ ਮੁੱਦਾ ਹੀ ਹੱਲ ਨਹੀਂ ਕੀਤਾ। ਇੰਨਾ ਹੀ ਨਹੀਂ, ਨੌਜਵਾਨਾਂ ਨੇ ਕਾਂਗਰਸ ਦੇ ਆਪਸੀ ਮਤਭੇਦ ਨੂੰ ਇੱਕ ਵੱਡਾ ਕਾਰਨ ਦੱਸਿਆ। ਦੇਖੋ ਜੀ, ਜੇ ਕਾਂਗਰਸ ਬਣ ਸਕਦੀ ਹੈ ਤਾਂ ਇਹਨਾਂ ਦੇ ਸਿਰ ਤੇ ਬਣ ਸਕਦੀ ਹੈ ਦੁਬਾਰਾ, ਨਹੀਂ ਤਾਂ ਅਦਰਵਾਈਜ਼ ਔਖਾ ਹੈ ਜੀ। ਗੱਲ ਕਰੀਏ ਸਿੱਧੂ ਦੀ, ਕੈਪਟਨ ਦੀ, ਅਲੱਗ-ਅਲੱਗ ਖੇਮੇ, ਜਾਖੜ ਦਾ ਅਲੱਗ ਖੇਮਾ ਹੋ ਗਿਆ, ਸਿੱਧੂ ਦਾ ਅਲੱਗ ਖੇਮਾ ਹੋ ਗਿਆ, ਕੈਪਟਨ ਦਾ ਅਲੱਗ ਖੇਮਾ ਹੋ ਗਿਆ, ਆਪਸ 'ਚ ਕਾਰਡੋ ਕਲੇਸ਼ ਵੀ ਕਾਫੀ ਚੱਲ ਰਿਹਾ, ਇੱਕ ਦੂਜੇ ਟਵਿੱਟਰ ਵਾਰ ਵੀ ਕਰਦੇ ਹੈਗੇ ਨੇ। ਦੇਖੋ ਭਾਜੀ, ਹੁਣ ਜਿਹੜਾ ਸਿੱਧੂ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ, ਸਿੱਧੂ ਭਾਜੀ ਹੁਣੇ ਹੋ ਗਏ ਜਾਂ ਹੋਰ, ਉਹਨਾਂ ਦਾ ਸੈੱਟ ਆਪਣਾ ਵੱਖਰਾ ਹੈ ਜੀ। ਅੰਦਰ ਕਾਂਗਰਸ ਦੇ ਹੁਣ ਅੰਦਰ 2 ਧਿਰਾਂ ਬਣੀਆਂ ਕਾਂਗਰਸ 'ਚ ਆਪਸ 'ਚ, ਇੱਕ ਪਾਸੇ ਨੂੰ ਇੱਕ ਪਾਸੇ ਨੂੰ। ਸਿੱਧੂ ਸਾਹਿਬ ਉਹਨਾਂ ਦਾ ਵੱਖਰਾ ਹੈ ਜੀ, ਤੇ ਉਹਦੇ ਕਰਕੇ ਹੀ ਬੜਾ ਮੈਸੇਜ ਜਿਹਾ ਹੋਇਆ ਪਿਆ, ਪਾਰਟੀ ਨੂੰ ਆਪ ਨਹੀਂ ਸਮਝ ਲੱਗ ਰਹੀ ਵੀ ਅਸੀਂ ਕਰਨਾ ਕੀ ਆ।
ਰਾਜੂ ਨਾਨ ਵਾਲੇ ਦਾ ਸਵਾਦ ਤੁਸੀਂ ਦੇਖ ਲਿਆ ਹੈਗਾ, ਕਿਦਾਂ ਦਾ ਤੁਹਾਨੂੰ ਸਵਾਦ ਲੱਗਾ? ਇਹਨਾਂ ਦਾ ਸਵਾਦ ਬਹੁਤ ਵਧੀਆ ਹੈ। ਸਵਾਦ ਕਰਕੇ ਇਹਨਾਂ ਕੋਲ ਕਸਟਮਰ ਆਉਂਦੇ ਆ। ਇਹ ਅੱਜ ਤੋਂ 4-5 ਸਾਲ ਪਹਿਲਾਂ ਰੇਹੜੀ ਲਗਾਉਂਦੇ ਸੀਗੇ, ਔਰ ਜੇ ਇਹਨਾਂ ਦੇ ਸੇਲ ਸੀਗੀ ਤਾਂ ਰੇਹੜੀ ਤੋਂ ਉਹਨਾਂ ਨੇ ਦੁਕਾਨ ਬਣਾਈ ਹੈ। ਜੇ ਇਸ ਸਵਾਦ ਦੀ ਗੱਲ ਕਰਦੇ ਆ, 4-5 ਸਾਲ ਤੋਂ ਤੁਸੀਂ ਵੀ ਇੱਥੇ ਆ ਰਹੇ ਹੋ, 4-5 ਸਾਲ ਹੋ ਗਏ ਆ ਸਿਆਸਤ ਵਿੱਚ ਕਾਂਗਰਸ ਨੂੰ ਆਏ ਹੋਏ। ਕਾਂਗਰਸ ਜਿੱਤ ਕੇ 2017 ਦੀਆਂ ਚੋਣਾਂ 'ਚ ਸਿਆਸਤ ਸਾਂਭੀ ਸੀਗੀ ਕੈਪਟਨ ਸਾਹਿਬ ਨੇ। ਉਸ ਤੋਂ ਬਾਅਦ ਹੁਣ ਚੰਨੀ ਆਏ ਹੈਗੇ ਨੇ, ਚਰਨਜੀਤ ਚੰਨੀ ਸੀਐਮ ਬਣੇ ਹੈਗੇ ਨੇ। ਕਿਵੇਂ ਲੱਗ ਰਿਹਾ ਹੈਗਾ ਜਲੰਧਰ ਦਾ ਕੰਮਕਾਜ, ਜਿਹੜਾ ਜਲੰਧਰ ਦਾ ਜਿਸ ਨੂੰ ਲੈ ਕੇ ਸਿਆਸਤ ਵਿੱਚ ਆਏ ਸੀਗੇ, ਜਿਸ ਨੂੰ ਲੈ ਕੇ ਦਾਅਵੇ ਕੀਤੇ ਸੀ, ਵਾਅਦੇ ਕੀਤੇ ਸੀਗੇ, ਉਹਦੇ ਵਾਅਦਿਆਂ ਦੇ ਉੱਤੇ ਸਰਕਾਰ ਕਿੰਨੀ ਕੁ ਪੂਰੀ ਉਤਰੀ ਹੈ? ਮੇਰੇ ਹਿਸਾਬ ਨਾਲ ਉਹਦੇ ਉੱਤੇ ਤਕਰੀਬਨ 10-15% ਉਤਰੀ ਹੈ। ਬਾਕੀ ਜਿੱਥੋਂ ਤੱਕ ਜਲੰਧਰ ਲੋਕਲ ਦਾ ਸੰਬੰਧ ਹੈ, ਤੁਸੀਂ ਕਿਸੇ ਏਰੀਏ ਚਲੇ ਜਾਓ, ਪੌਸ਼ ਤੋਂ ਪੌਸ਼ ਏਰੀਏ ਚਲੇ ਜਾਓ, ਸਲਮ ਤੋਂ ਸਲਮ ਚਲੇ ਜਾਓ, ਉੱਥੇ ਤੁਹਾਨੂੰ ਬੜੇ ਸਾਰੇ ਕੰਮ ਅਨਕੰਪਲੀਟ ਮਿਲਣਗੇ। ਹੁਣ ਰੀਸੈਂਟਲੀ ਜਦੋਂ ਚੰਨੀ ਸਾਹਿਬ ਨੂੰ ਚਾਰਜ ਦਿੱਤਾ, ਜੇ ਗਵਰਨਮੈਂਟ ਦੀ ਪਾਲਿਸੀ ਇਹ ਹੁੰਦੀ ਕਿ ਅਸੀਂ ਡਿਵੈਲਪਮੈਂਟ ਕਰਨੀ ਹੈ ਤਾਂ 4 ਸਾਲ ਬੜੇ ਹੁੰਦੇ ਆ। ਜੇ 4 ਸਾਲ 'ਚ ਨਹੀਂ ਹੋਇਆ ਤੇ 3 ਮਹੀਨੇ ਵਿੱਚ ਇੰਪੋਸੀਬਲ ਜਿਹੀ ਗੱਲ ਹੈ। ਚੰਨੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਵੀ 1 ਲੱਖ ਭਰਤੀਆਂ ਕਰਾਂਗੇ ਸਰਕਾਰੀ। ਨਹੀਂ ਜੀ, ਉਹ ਪੋਸੀਬਲ ਹੈ। ਦੇਖੋ, ਜਿਹੜੀ ਭਰਤੀ ਕਰਨੀ ਹੈ ਉਹਦੇ ਵਾਸਤੇ ਘੱਟੋ ਘੱਟ ਮਿਨੀਮਮ, ਅਗਰ ਜਿਹੜੇ ਬੰਦਾ ਉਹਦੇ ਵਾਸਤੇ ਅਸੀਂ ਅਪਾਇੰਟ ਕਰਦੇ ਹਾਂ ਭਰਤੀਆਂ ਵਾਸਤੇ, ਬੜਾ ਇਮਾਨਦਾਰ ਹੋਵੇ, ਬੜਾ ਐਕੂਰੇਟ ਚੱਲੇ, ਤਾਂ ਇੱਕ ਪੀਅਨ ਰੱਖਣ ਵਾਸਤੇ ਘੱਟੋ ਘੱਟ 9 ਮਹੀਨੇ ਚਾਹੀਦੇ। ਪਹਿਲਾਂ ਐਡਵਰਟਾਈਜ਼ਮੈਂਟ ਆਊਗੀ, ਫਿਰ ਉਹਦੇ ਫਾਈਨਾਂਸ ਕਲੀਅਰੈਂਸ ਹੋਊਗੀ, ਆਫਟਰ ਦੈਟ ਐਪਲੀਕੇਸ਼ਨ ਆਉਣਗੀਆਂ, ਉਸ ਤੋਂ ਬਾਅਦ ਆ ਕੇ ਉਹਨਾਂ ਦੀ ਇੰਟਰਵਿਊ ਹੋਊਗੀ, ਫਿਰ ਅਪਾਇੰਟਮੈਂਟ ਲੈਟਰ ਹੋਣਗੇ। ਬਾਕੀ ਦੇਖੋ, ਜਿਹੜੀ 1 ਲੱਖ ਦੀ ਨੌਕਰੀ ਜਾਂ 10,000 ਦੀ ਨੌਕਰੀ ਹੈ, ਇੱਕ ਬੜੀ ਸੋਚਣ ਵਾਲੀ ਗੱਲ ਹੈ। ਇੱਕ ETT ਟੀਚਰ ਜਿਹੜੇ ਪਿਛਲੇ 4 ਸਾਲ ਤੋਂ ਲਗਾਤਾਰ ਟੈਂਕੀਆਂ 'ਤੇ ਚੜ੍ਹ ਰਿਹਾ, ਉਹਨਾਂ ਕੁੜੀਆਂ ਦੇ ਵਾਲ ਪੁੱਟੇ ਜਾ ਰਹੇ ਆ, ਉਹਨੂੰ ਡੰਡੇ ਮਾਰੇ ਜਾ ਰਹੇ ਆ, ਕਿਉਂਕਿ ਉਹਨਾਂ ਵਿੱਚ ਮੋਸਟਲੀ ETT ਟੀਚਰ ਜਾਂ ਲੇਡੀਜ਼ ਹੈਗੀਆਂ, ਔਰ ਉਹ 2364 ਪੋਸਟਾਂ ਲੱਖ ਭਰਤੀ ਦੀ ਤੇ ਗੱਲ ਕਰਦੇ ਆ, ਲੇਕਿਨ 2364 ਪੋਸਟਾਂ ਨੂੰ ਸਿਰਫ ਅਪਾਇੰਟਮੈਂਟ ਲੈਟਰ ਦੇਣੇ ਆ। ਕਿੰਨਾ ਕੁ ਲੱਗਦਾ ਵੀ ਇਹਨਾਂ 4-5 ਸਾਲਾਂ ਦੇ ਵਿੱਚ ਕਿੰਨਾ ਕੁ ਕੰਮ ਕਰਿਆ? ਦੇਖੋ ਜੀ, ਸਾਡੇ ਵਾਲੇ ਪਾਸੇ ਸੜਕਾਂ ਪੱਟੀਆਂ ਨੂੰ ਤਕਰੀਬਨ 8 ਮਹੀਨੇ ਹੋ ਗਏ, ਤਾਂ 8 ਮਹੀਨਿਆਂ ਜੋ ਸੜਕ ਅਜੇ ਉੱਥੇ ਦੀ ਉੱਥੇ ਹੀ ਹੈ। ਬਾਕੀ ਬੜੇ ਸਾਰੇ ਕੰਮ ਇਦਾਂ ਦੇ ਆ ਜਿਹੜੇ ਇਸ ਗਵਰਨਮੈਂਟ ਨੇ ਸ਼ੁਰੂ ਕੀਤੇ ਹੈ, ਅਗਲੀ ਨਾਲ ਕੰਪਲੀਟ ਕਰਨੇ ਆ। ਜਿਹੜੇ ਪਹਿਲੀ ਨੇ ਸ਼ੁਰੂ ਕੀਤੇ ਸੀਗੇ ਉਹ ਬੇਰੀ ਸਾਹਿਬ ਨੇ ਕੰਪਲੀਟ ਕਰਵਾਏ ਹੈ। ਠੀਕ ਹੈ, ਜੇ ਆਲ ਓਵਰ ਚਲੀਏ ਤਾਂ ਮੈਂ ਬੇਰੀ ਸਾਹਿਬ ਨੂੰ 50 ਨੰਬਰ ਦਊਂਗਾ, ਕਿਉਂਕਿ ਜਿੰਨੇ ਉਹਨਾਂ ਨੇ ਕੰਮ ਕਰਵਾਇਆ ਤਾਂ ਜਾਂ ਜਿੰਨੀ ਉਹਨਾਂ ਨਾਲ ਪਬਲਿਕ ਰਿਲੇਸ਼ਨ ਹੈ। ਸੋ ਇਹ ਭਾਈ ਸਾਹਿਬ ਤਾਂ 100 ਦੇ ਵਿੱਚੋਂ 50 ਨੰਬਰ ਮੌਜੂਦਾ ਵਿਧਾਇਕ ਨੂੰ ਦਿੰਦੇ ਨਜ਼ਰ ਆਏ। ਤੇ ਹੁਣ ਸੁਣਦੇ ਹਾਂ ਮਹਿਲਾਵਾਂ ਦਾ ਕੀ ਕਹਿਣਾ ਹੈ। ਮਹਿਲਾਵਾਂ ਨਾਲ ਹੈਗੀਆਂ, ਉਹਨਾਂ ਨਾਲ ਗੱਲ ਕਰਦੇ। ਦੇਖੋ, ਲਗਾਤਾਰ ਜਿਹੜੇ ਰੇਟ ਹੈਗੇ ਆ ਵਧੇ ਹੈਗੇ ਆ ਰਸੋਈ ਗੈਸ ਦੇ ਵੀ, ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਰਸੋਈ ਦਾ ਤੁਹਾਡਾ ਬਜਟ ਹੈਗਾ, ਕਿਉਂਕਿ ਮਹਿਲਾਵਾਂ ਨੇ ਘਰ ਸਾਂਭਣਾ ਹੁੰਦਾ, ਰਸੋਈ ਸਾਂਭਣੀ ਹੁੰਦੀ ਹੈ, ਤੁਹਾਡਾ ਕਿੰਨਾ ਕੁ ਬਜਟ ਹਿੱਲਿਆ? ਕਿਉਂਕਿ ਅੱਗੇ ਗਾਹਾਂ ਤਿਉਹਾਰੀ ਮੌਸਮ ਵੀ ਹੈਗੇ ਆ, ਫੈਸਟੀਵਲ ਆ ਰਹੇ, ਦੀਵਾਲੀ ਆ ਰਹੀ, ਹੋਰ ਵੀ ਕਾਫੀ ਤਿਉਹਾਰ ਹੈਗੇ ਨੇ। ਬਜਟ ਦਾ ਦੇਖੋ ਵੀ ਥੋੜਾ ਫਰਕ ਤਾਂ ਪੈਂਦਾ ਹੀ ਹੈ। ਪਹਿਲੇ ਕਾਫੀ ਸਸਤੀ ਸੀਗੀ ਗੈਸ ਤੇ ਹੁਣ ਮਹਿੰਗੀ ਹੋ ਗਈ ਹੈ, ਫਰਕ ਤਾਂ ਪੈਂਦਾ ਹੀ ਉਹਦੇ ਨਾਲ। ਤੇ ਬਾਕੀ ਜਿੱਦਾਂ ਹੁਣ ਸਪੋਜ਼ ਕਰ ਲਓ ਕਿ ਪਹਿਲਾਂ ਜੇ ਅਗਰ ਅਸੀਂ ਪਹਿਲੇ ਸਾਡਾ ਮੰਥਲੀ ਖਰਚਾ 10,000 ਸੀਗਾ ਤੇ ਹੁਣ ਉਹ 20,000 ਹੈ, ਫਰਕ ਤਾਂ ਹੈਗਾ ਹੀ ਹੈ। ਜਿੱਦਾਂ ਹੁਣ ਫੈਸਟੀਵਲ ਸੀਜ਼ਨ ਹੋਏ, ਕੋਈ ਥੋੜੇ ਸਮਾਨ ਦੇ ਵਿੱਚੋਂ ਪੈਸੇ ਬਚਾ ਕੇ ਕੁਛ ਨਾ ਕੁਛ ਤੁਸੀਂ ਆਪਣੇ ਵਾਸਤੇ ਵੀ ਲਿਆਉਂਦੇ ਸੀਗੇ, ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਹੁਣ ਬਚਦਾ ਕੁਛ ਜੇਬ ਦੇ ਵਿੱਚ ਜਾਂ ਖਾਲੀ? ਨਹੀਂ ਜੀ, ਬਿਲਕੁਲ ਨਹੀਂ, ਕੁਛ ਨਹੀਂ ਬਚਦਾ ਹੁਣ ਤੇ ਪੂਰਾ ਹੀ ਕੰਮ ਹੈ। ਬਿਲਕੁਲ, ਜਿੱਦਾਂ ਕਿ ਇਸ ਵੇਲੇ ਅਸੀਂ ਸਿਆਸੀ ਸਵਾਦ ਜਾਣਿਆ ਜਲੰਧਰ ਸੈਂਟਰ ਦੇ ਹਲਕੇ ਦੇ ਵਿੱਚੋਂ, ਔਰ ਜਿਹੜੇ ਲੋਕ ਇੱਥੇ ਆਏ ਸੀਗੇ ਨਾਨ ਖਾਣ ਵਾਸਤੇ, ਉਹਨਾਂ ਨੇ ਰਾਜੂ ਨਾਨ ਵਾਲੇ ਦੇ ਨਾਨ ਦਾ ਸਵਾਦ ਵੀ ਦੱਸਿਆ ਤੇ ਨਾਲ ਜਿਹੜਾ ਸਿਆਸੀ ਸਵਾਦ ਸੀ ਉਹਦੇ ਬਾਰੇ ਵੀ ਗੱਲ ਕੀਤੀ ਆ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਬ੍ਰਿਜੇਸ਼ ਦੇ ਨਾਲ ਸੁਰਿੰਦਰ ਕੰਬੋਜ, ਨਿਊਜ਼ 18 ਨੈਟਵਰਕ, ਜਲੰਧਰ।